ਆਊज़ ਬਿल्लाहि मिनश शैतानिर रजीम बिस्मिल्लाहिर रहमानिर रहीम। अल्लाह जल्ल शानहू दे नाम दे नाल अल्हम्दुलिल्लाह रब्बिल आलमीन वल आकिबातुल लिल मुत्तकीन अस्सलातु वस्सलामु अला रसूलिहिल करीम। दोस्तों अस्सलाम वालेकुम। डॉक्टर नसीर कालो हाजिर CNP न्यूज़ तो। दोस्तों बहुत पुरानी गल है, ये गालबन 1900 ते कोई 84 83 मैनूं हुण डेट सही याद नहीं है, लेकिन बहुत पुरानी गल है, तकरीबन 50 साल समझ लो पुरानी गल है। जनूबी कोरिया इस कदर गरीब सीगा, इस कदर गरीब सीगा कि उत्थे लोगों नूं रोटी नहीं सी मिलती हुंदी और उहदे विच बड़े मसाइल आ रहे सी, रोटी पूरी नहीं होनी, बाकी दुनिया का निज़ाम नहीं सी चलदा। कोई फौजी जरनैल सी उन्हां दा जिहड़ा हुकूमत दा सदर सी उस टाइम, इत्थों बहुत सारी मैन पावर उन्होंने बाहरले मुल्क भेजी। उत्थों जाके वो बेचारे काम करते सी, कोई नर्सिंग का, कोई स्वीपिंग का, कोई मजदूरी, कोई ये वो करके उत्थों थोड़े थोड़े पैसे जिहड़े को कमाउंदे सी वो वापस अपने भेजते सी अपने मुल्क च, और जिहदी वजह तो उन्होंने थोड़ा जिहा सर्कट चलता सीगा। होया इस तरह कि उस सदर दे जिहड़ा फौजी जरनैल भी सी, बड़ा मुहिबे वतन आदमी सी, वो गया फिलिपाइन च, मेरा ख्याल फिलिपाइन च ओहदे गए सी सारे कि वियतनाम च, हुण मैनूं सही मुल्क का नाम नहीं याद आ रहा, मैं पूरी तफसीर इहदी पढ़ी है सारी, हुण मेरे जेहन चों निकल गया। वो उस मुल्क च गया जिथे सारे उत्थों दे ना उन्हां दे जिहड़े मजदूर या जिहड़े लोग उत्थे जाके बाहर काम करदे सी ओवरसीज, उत्थे जाके उन्हां दी एक उन्हें ना मीटिंग बुला ली। ਜਿਹੜੇ ਉਹਨਾਂ ਦੇ ਚੀਦਾ ਚੀਦਾ ਸੀ, ਹਰ ਗਰੁੱਪ ਦੇ ਜ਼ਾਹਰਾ ਕੋਈ ਸਿਲੈਕਸ਼ਨ ਕੀਤੀ ਹੁੰਦੀ ਹੈ ਕਿ ਇਸ ਗਰੁੱਪ ਚੋਂ ਇਹ ਦੋ ਤਿੰਨ ਬੰਦੇ ਹੋਣਗੇ, ਇਸ ਗਰੁੱਪ ਚੋਂ ਇਸ ਤਰ੍ਹਾਂ ਬੈਠ ਕੇ ਉਹਨਾਂ ਨੇ ਇੱਕ ਉਹਨਾਂ ਨਾਲ ਨੈਗੋਸੀਏਸ਼ਨ ਕੀਤੀ ਆਪਣੇ ਆਪਣੇ ਮੁਲਕ ਵਾਲਿਆਂ ਨਾਲ, ਯਾਨੀ ਕੋਰੀਅਨ ਜਿਹੜੇ ਉੱਥੇ ਮਜ਼ਦੂਰੀ ਕਰਦੇ ਉਹਨਾਂ ਨਾਲ ਬੈਠਕ ਕੀਤੀ। ਉਹਨਾਂ ਨੂੰ ਕਿਹਾ ਕਿ ਮਸਲਾ ਇਹ ਆ ਗਿਆ ਕਿ ਸਾਡੀ ਰੋਟੀ ਪੂਰੀ ਨਹੀਂ ਹੁੰਦੀ, ਸਾਡੇ ਮੁਲਕ ਦੇ ਹਾਲਾਤ ਬਹੁਤ ਖਰਾਬ ਨੇ ਤੇ ਤੁਸੀਂ ਵੀ ਬੜੀ ਮੁਸ਼ਕਲ 'ਚ ਇੱਥੇ ਗੁਜ਼ਾਰਾ ਕਰ ਰਹੇ ਹੋ, ਲੇਕਿਨ ਅਗਰ ਤੁਸੀਂ ਆਪਣੇ ਮੁਲਕ ਵਾਸਤੇ ਥੋੜੀ ਜਿਹੀ ਕੁਰਬਾਨੀ ਦਿਓ ਤੇ ਸਾਡੇ ਵਾਸਤੇ ਵੀ ਆਸਾਨੀ ਹੋ ਜਾਏਗੀ, ਮੁਲਕ ਵਾਸਤੇ ਵੀ ਆਸਾਨੀ ਹੋ ਜਾਏਗੀ ਔਰ ਕੱਲ ਕਲਾ ਇਨਸ਼ਾਅੱਲਾ ਤੁਹਾਡੇ ਵਾਸਤੇ ਵੀ ਆਸਾਨੀ ਹੋਗੀ। ਉਹਨਾਂ ਕਿਹਾ ਜੀ ਦੱਸੋ ਸਾਨੂੰ ਕੀ ਕਹਿਣਾ ਚਾਹੁੰਦੇ ਹੋ। ਉਹਨੇ ਕਿਹਾ ਸਾਨੂੰ ਕੋਈ ਮੁਲਕ ਕਰਜ਼ਾ ਨਹੀਂ ਦਿੰਦਾ, ਇਸ ਵਾਸਤੇ ਵੀ ਅਸੀਂ ਇੰਨੇ ਅਫਲਾਸ ਔਰ ਗੁਰਬਤ 'ਚ ਘਿਰੇ ਹੋਏ ਆ ਕਿ ਅਸੀਂ ਹੁਣ ਹਰ ਇੱਕ ਨੂੰ ਪਤਾ ਕਿ ਅਸੀਂ ਪੈਸੇ ਨਹੀਂ ਦੇ ਸਕਦੇ, ਅਸੀਂ ਰਿਫੰਡ ਨਹੀਂ ਕਰ ਸਕਦੇ, ਅਸੀਂ ਵਾਪਸ ਨਹੀਂ ਕਰ ਸਕਦੇ, ਲਿਹਾਜ਼ਾ ਜਿਹਦੇ ਕੋਲ ਜਾਂਦੇ ਆ ਉਹ ਕਹਿੰਦਾ ਕਿ ਸਾਨੂੰ ਪਹਿਲੇ ਪੈਸੇ ਦਿਓ, ਆਪਣੇ ਗਾਰੰਟੀ ਦਿਓ, ਤੇ ਗਾਰੰਟੀ ਵਾਸਤੇ ਸਾਡੇ ਕੋਲ ਚੀਜ਼ ਕੋਈ ਨਹੀਂ ਗੀ। खैर उन्हें कहा जी सानू की हुक्म आ। उन्हें कहा कि मैं अगर इस हुकूमत जिदे तुसीं काम कर रहे हो जिस मुल्क च, उन्होंने तुहाडी बतौर तुहाडे जिहड़े वेजेस ने या मजदूरी आ उन्होंने बतौर गारंटी रखवा ला ते तुहाडा दिन दा रोजगार का काम चलता रहेगा। असी पैसे सानू जिहड़ा कर्जा मिलेगा मैं वो मुल्क की तरक्की वास्ते इस्तेमाल करांगा, जिहदे नाल मुल्क भी तरक्की करेगा और साडे लोगों नूं भी फायदा होएगा, और कुछ अरसे तो बाद ਅਸੀਂ ਉਹ ਤੁਹਾਨੂੰ ਬਲਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਦੇ ਤੋਂ ਰਿਫੰਡ ਕਰਕੇ ਉਹਦੇ ਤੋਂ ਜਿਹੜਾ ਕਰਜ਼ਾ ਲਿਆ ਉਹ ਅਸੀਂ ਕਰਜ਼ਾ ਵੀ ਵਾਪਸ ਕਰੀਏ। ਉਹ ਲੋਕ ਜ਼ਾਹਰਾ ਸਾਡੇ ਵੀ ਬੜੇ ਅੱਛੇ ਅੱਛੇ ਲੋਕ ਨੇ ਪਾਕਿਸਤਾਨ ਦੇ ਵੀ, ਇਸ ਤਰ੍ਹਾਂ ਹੀ ਉਹ ਲੋਕ ਇਤਫਾਕ ਕਰ ਲਿਆ ਕਿ ਠੀਕ ਹੈ ਜੀ ਤੁਸੀਂ ਸਾਡੇ ਤੇ ਕਰਜ਼ ਲੈ ਲਓ ਔਰ ਅਸੀਂ ਉਹਦੇ ਉੱਤੇ ਆਪਣਾ ਮਜ਼ਦੂਰੀ ਬੇਨ ਥੋੜੀ ਜਿਹੀ ਹੋਰ ਜ਼ਿਆਦਾ ਕਰ ਲਾਂਗੇ ਤਾਂ ਕਿ ਅਸੀਂ ਆਪਣੇ ਮੁਲਕ ਵਾਸਤੇ ਬਿਹਤਰੀ ਕਰ ਸਕੀਏ। ਉਸਨੇ ਉਦੋਂ ਪਤਾ ਨਹੀਂ ਕਿੰਨੇ ਹਜ਼ਾਰ ਮਿਲੀਅਨ ਨਹੀਂ ਕਿੰਨੇ ਹਜ਼ਾਰ ਪਾਉਂਡ ਜਾਂ ਕਿੰਨੇ ਲੱਖ ਪਾਉਂਡ ਉੱਥੋਂ ਲਿਆ ਔਰ ਵਾਪਸ ਆ ਗਿਆ। ਆ ਕੇ ਉਹਨੇ ਆਪਣੇ ਮੁਲਕ 'ਚ ਇਨਵੈਸਟਮੈਂਟ ਕੀਤੀ ਔਰ ਇਨਵੈਸਟਮੈਂਟ ਕਰਨ ਤੋਂ ਬਾਅਦ ਅੱਜ ਉਹ ਕੋਰੀਆ ਜਿਹੜਾ ਉਹ ਲੋਕਾਂ ਨੂੰ ਕਰਜ਼ੇ ਦਿੰਦਾ ਔਰ ਫਿਰ ਉਹਨੇ ਸਾਰਾ ਆਪਣਾ ਕਰਜ਼ਾ ਵੀ ਉਤਾਰਿਆ, ਸਾਰਾ ਉਹਨੇ ਜਿਹੜੇ ਅਸਲਦਾਰ ਸੀ ਉਹ ਵੀ ਵਾਪਸ ਕੀਤੀ ਔਰ ਆਪਣੇ ਮੁਲਕ ਦੇ ਜਿਹੜੇ ਲੋਕ ਉੱਥੇ ਕੰਮ ਕਰਦੇ ਉਹਨਾਂ ਨੂੰ ਇਨਸੈਂਟਿਵ ਦਿੱਤਾ, ਯਾਨੀ ਦੂਸਰੇ ਤੋਂ ਕਮਾ ਹੀ ਰਹੇ ਸਨ ਉਹ ਦੂਸਰੇ ਮੁਲਕ 'ਚ ਇਨਸੈਂਟਿਵ ਆਪਣੇ ਮੁਲਕ ਵੱਲੋਂ ਵੀ ਦਿੱਤਾ। ਅੱਛਾ, ਇਹ ਗੱਲ ਮੈਨੂੰ ਯਾਦ ਇਸ ਤੋਂ ਆਈ ਆ ਕਿ ਕੱਲ ਮੈਂ ਇੱਕ ਫੇਸਬੁੱਕ ਤੇ ਦੇਖ ਰਿਹਾ ਸਾਂ ਇੱਕ ਪੋਸਟ, ਉਹਦੇ 'ਚ ਇੱਕ ਬੰਦੇ ਨੇ ਸਵਾਲ ਕੀਤਾ ਸਾਡੇ ਮੀਆਂ ਨਵਾਜ਼ ਸ਼ਬਾਜ਼ ਸ਼ਰੀਫ ਸਾਹਿਬ ਨਾਲ ਕਿ ਜਨਾਬ ਤੁਸੀਂ ਸਾਨੂੰ ਵੇਚ ਜੂ ਦਿੱਤਾ ਵੇ ਉੱਥੇ ਸਾਊਦੀ ਅਰਬ ਨੂੰ, ਤੇ ਇਹ ਦੱਸੋ ਵੀ ਸਾਡੇ ਜਿਹੜੇ ਪੈਸੇ ਬੈਂਕਾਂ 'ਚ ਸੀ ਉਹ ਉਹਨਾਂ ਦਾ ਤੁਸੀਂ ਸੌਦਾ ਕੀਤਾ ਵੇ ਜਾਂ ਜਿਹੜੇ ਪੈਸੇ ਸਾਡੀ ਜੇਬ 'ਚ ਨੇ ਉਹਨਾਂ ਦਾ ਵੀ ਕਰ ਲਿਆ ਜੇ ਨਾਲ ਹੀ। ਜੇਬ ਤੋਂ ਮੁਰਾਦ ਹੁੰਦਾ ਜਿਹੜਾ ਬੰਦਾ ਥੋੜੇ ਬਹੁਤੇ ਪੈਸੇ ਜੇਬ 'ਚ ਪਾ ਕੇ ਖਰਚਾ ਖੁਰਚਾ ਡੇਲੀ ਬੇਸ ਤੇ ਵਾਸਤੇ ਚੱਲਦਾ। ਅੱਛਾ ਤੁਸੀਂ ਸਾਡੇ ਹਾਲਾਤ ਦੇਖੋ, ਲੋਕ ਬੜੇ ਬੜੇ ਵੱਡੇ ਬਣਾ ਰਹੇ ਨੇ ਜਨਾਬ
ਇੰਸਟਰੂਮੈਂਟਸ, ਇਕਵਿਪਮੈਂਟਸ, ਔਜ਼ਾਰ, ਜੰਗ ਜ਼ਰੀ ਤਰੱਕੀ ਵਾਸਤੇ ਵੀ ਆ ਹੋਰ ਜਿਹੜੇ ਜਿਹੜੇ ਕੰਮ ਕਰ ਸਕਦੇ ਨੇ। ਲੇਕਿਨ ਸਾਡੇ ਮੁਲਕ ਵਾਲਿਆਂ ਨੇ ਤਰੱਕੀ ਕੀਤੀ ਹੈ ਤੇ ਅੱਜ ਇੱਕ ਕੰਮ 'ਚ ਕੀਤੀ ਆ, ਉਹ ਇਹ ਆ ਕਿ ਇਹਨਾਂ ਦਾ ਜਿਹੜਾ ਕਾਸਾ ਮੰਗਣ ਦਾ ਉਹ ਵੱਡਾ ਹੋ ਗਿਆ, ਔਰ ਇਹ ਕਾਸਾ ਲੈ ਲੈ ਕੇ ਹਰ ਮੁਲਕ 'ਚ ਤੁਰੇ ਫਿਰਦੇ ਨੇ, ਸਿਰਫ ਇਸ ਵਾਸਤੇ ਕਿ ਆਪਣਾ ਖਰਬਾਂ ਰੁਪਇਆ ਜਿਹੜਾ ਉਹ ਬਾਹਰੋਂ ਨਹੀਂ ਲਿਆਉਣਾ। ਇਹਨਾਂ ਜਿਹੜੇ ਵੀ ਹਕੂਮਤ 'ਚ ਬੈਠੇ ਨੇ, ਸਾਰੇ ਹਕੂਮਤ 'ਚ ਨੇ, ਜਿੰਨਿਆਂ ਦੇ ਬਾਹਰ ਪੈਸਾ ਸਲਮ ਹੋਇਆ ਜਾਂ ਪੈਸਾ ਜਿਨ੍ਹਾਂ ਦਾ ਡੰਪ ਹੋਇਆ ਬਾਹਰ, ਉਹ ਸਾਰੇ ਹਕੂਮਤ 'ਚ ਬੈਠੇ ਨੇ। ਆਪਣਾ ਪੈਸਾ ਇੱਕ ਨਹੀਂ ਕਦੀ ਲਿਆਉਣਗੇ ਤੇ ਸਾਨੂੰ ਸਬਕ ਦੇਣਗੇ ਕਿ ਤੁਸੀਂ ਕੁਰਬਾਨੀਆਂ ਦਿਓ ਤੇ ਤੁਸੀਂ ਜਨਾਬ ਸਭ ਕੁਝ ਕਰੋ। ਤੇਲ ਦੀ ਮਹਿੰਗਾਈ ਵੀ ਤੁਸੀਂ ਬਰਦਾਸ਼ਤ ਕਰੋ, ਗੈਸ ਦੀ, ਬਿਜਲੀ ਦੀ, ਜੋ ਜੋ ਵੀ ਖਰਚੇ ਨੇ ਤੁਸੀਂ ਬਰਦਾਸ਼ਤ ਕਰੋ। ਇਹਨਾਂ ਦੇ ਆਪਣੇ ਬਿਜਲੀ ਵੀ ਫ੍ਰੀ, ਤੇਲ ਵੀ ਫ੍ਰੀ, ਗੈਸ ਵੀ ਫ੍ਰੀ, ਆਉਣਾ ਜਾਣਾ ਫ੍ਰੀ, ਜਹਾਜ਼ ਵੀ ਫ੍ਰੀ, ਹਰ ਚੀਜ਼ ਫ੍ਰੀ। ਯਾਨੀ ਇਹਨਾਂ ਨੇ ਆਪਣੇ ਵਾਸਤੇ ਕਦੀ ਕੋਈ ਖਰਚਾ ਨਹੀਂ ਦੇਖਿਆ ਕਿ ਅਸੀਂ ਇਹਨੂੰ ਘਟਾਈਏ। ਨਵੀਆਂ ਨਵੀਆਂ ਗੱਡੀਆਂ ਆ ਰਹੀਆਂ ਨੇ, ਪੰਜਾਬ ਹਕੂਮਤ ਵੀ ਲੈ ਰਹੀ ਆ, ਮਰਕਜ਼ੀ ਹਕੂਮਤ ਵੀ ਲੈ ਰਹੀ ਆ, ਹੁਣ ਸੁਣਿਆ KP ਹਕੂਮਤ ਵੀ ਲੈ ਰਹੀ ਆ, ਇਸ ਤਾਂ ਬਾਕੀ ਸਾਰੇ ਵੀ ਲੈ ਰਹੇ ਨੇ। ਤੇ ਹੁਣ ਸ਼ਾਇਦ ਅੱਲਾ ਕਰੇ ਸਾਡੇ ਪ੍ਰਾਈਮ ਮਿਨਿਸਟਰ ਨੂੰ ਛੱਡੋ, ਆਪਣੇ ਚੀਫ ਮਿਨਿਸਟਰ ਨੂੰ ਦੇਖ ਕੇ ਸ਼ਾਇਦ ਦੂਸਰੇ ਚੀਫ ਮਿਨਿਸਟਰ ਵੀ ਹੈਗੇ ਕਿ ਜਹਾਜ਼ ਖਰੀਦ ਲੈਣਗੇ, ਕਿਉਂਕਿ ਜਹਾਜ਼ ਬਹੁਤ ਜ਼ਰੂਰੀ ਆ। ਕੌਮ ਜਾਏ ਜਹੰਨਮ 'ਚ, ਪਾਕਿਸਤਾਨ ਜਿੱਧਰ ਮਰਜ਼ੀ ਜਾਏ, ਗੁਰਬਤ ਆਉਂਦੀ ਆ, ਮਹਿੰਗਾਈ ਹੁੰਦੀ, ਜੋ ਮਰਜ਼ੀ ਹੈ, ਲੇਕਿਨ ਜਹਾਜ਼ ਤੇ ਸੈਰਾਂ ਤੇ ਕਰਨਗੇ। ਅੱਲਾਹ ਤਾਲਾ ਸਾਡੇ ਤੇ ਆਪਣਾ ਕਰਮ ਫਰਮਾਇਆ, ਸਾਨੂੰ ਮਾਫ ਫਰਮਾਇਆ ਸਾਡੀਆਂ ਗਲਤੀਆਂ ਦੀ, ਜਿਨ੍ਹਾਂ ਦੀ ਵਜ੍ਹਾ ਤੋਂ ਸਾਡੇ ਤੇ ਇੰਪੋਜ਼ ਹੋਏ ਨੇ। ਅੱਲਾਹ ਤਾਲਾ ਸਾਡੇ ਪਾਕਿਸਤਾਨ ਦੀ ਵੀ ਖੈਰ ਕਰੇ, ਪਾਕਿਸਤਾਨੀਆਂ ਦੀ ਵੀ ਖੈਰ ਕਰੇ। ਅੱਲਾਹ ਹਾਫਿਜ਼, अस्सलाम वालेकुम।